पहुँच गए CWC के दफ्तर में गलबात करते गुरप्रीत खैरा साहब ने। खैरा साहब सत श्री अकाल जी। बहुत बहुत शुक्रिया बलजिंदर जी ते सारे दर्शकों ਨੂੰ सत श्री अकाल। ਲੱਡੂ ਵੰਡ ਦਿੱਤੇ, ਵੀਜ਼ੇ ਮਿਲ ਗਏ, ਐਪਲੀਕੇਸ਼ਨ ਭਰੀਆਂ ਸੀਗੀਆਂ, ਕਾਲਜ ਜਾਣਾ ਸੀ, ਪਰ ਇਹ ਕਾਲਜ ਵਾਲੇ ਕਹਿੰਦੇ ਵੀ ਆਪਾਂ ਸਿਸਟਮ ਰਿਵੋਕ ਹੀ ਕਰਦੇ ਆ, ਵੀ ਵਾਪਸ ਲੈਂਦੇ ਆ। ਹੁਣ ਕੀ ਬਣੇਗਾ ਉਹਨਾਂ ਸਟੂਡੈਂਟਸ ਦਾ? ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ। ਇਹ 'ਚ ਕਰੀਬਨ 504 ਸਟੂਡੈਂਟਸ ਨੇ ਜਿਨ੍ਹਾਂ ਦੀ ਲੈਟਰ ਆਫ ਐਡਮਿਸ਼ਨ ਹੈ ਉਹਨੂੰ ਰਿਵੋਕ ਕਰਿਆ ਗਿਆ। ਪਹਿਲਾਂ ਮੈਂ ਬੈਕਗਰਾਊਂਡ ਦੱਸਦਾ ਕਿ ਜਦੋਂ ਵੀ ਕਿਸੇ ਸਟੂਡੈਂਟ ਨੇ ਕੈਨੇਡਾ 'ਚ ਆਉਣਾ ਹੁੰਦਾ ਸਭ ਤੋਂ ਪਹਿਲਾਂ ਤਾਂ ਉਹ ਕਾਲਜ 'ਚੋਂ ਅਪਲਾਈ ਕਰਦਾ, ਐਪਲੀਕੇਸ਼ਨ ਕਰਦਾ ਦਾਖਲੇ ਲਈ। ਉਹ ਤੋਂ ਬਾਅਦ ਦਾਖਲੇ ਤੋਂ ਬਾਅਦ ਉਹਨੂੰ ਇੱਕ ਆਫਰ ਲੈਟਰ ਦਿੱਤਾ ਜਾਂਦਾ। ਆਫਰ ਇਹ ਹੁੰਦਾ ਕਿ ਤੈਨੂੰ ਦਾਖਲਾ ਮਿਲ ਸਕਦਾ, ਤੇਰੀ ਆਹ ਪੜ੍ਹਾਈ ਹੋਊਗੀ, ਇੰਨੇ ਤਰੀਕ ਨੂੰ ਖ਼ਤਮ ਹੋਣੀ ਹੈ, ਇੰਨੀ ਤਰੀਕ ਨੂੰ ਤੇਰੀ ਪੜ੍ਹਾਈ ਸ਼ੁਰੂ ਹੋਣੀ ਹੈ, ਇੰਨੇ ਤੂੰ ਫੀਸ ਦੇਣੀ ਹੈਗੀ ਹੈ। ਜੇ ਤੈਨੂੰ ਆਫਰ ਮਨਜ਼ੂਰ ਹੈ ਤਾਂ ਤੁਸੀਂ ਇਹ ਸਾਈਨ ਕਰਕੇ ਤੇ ਫੀਸ ਹੈ ਜਿਹੜੀ ਉਹ ਜਮ੍ਹਾਂ ਕਰਾ ਦਿਓ। ਹੁਣ ਜਦੋਂ ਹੀ ਤੁਸੀਂ ਇਹ ਆਫਰ ਲੈਟਰ ਤੁਹਾਨੂੰ ਮਿਲਦਾ ਹੈਗਾ ਉਸ ਤੋਂ ਬਾਅਦ ਤੁਸੀਂ ਉਹਨੂੰ ਸਾਈਨ ਕਰਦੇ ਹੋ, ਆਪਣੀ ਫੀ ਡਿਪੋਜ਼ਿਟ ਕਰਾਉਂਦੇ ਹੋ, ਉਹ ਇੱਕ ਲੀਗਲੀ ਬਾਈਂਡਿੰਗ ਕੰਟਰੈਕਟ ਹੋ ਜਾਂਦਾ ਜੀ। ਅਤੇ ਇਹਦੇ ਨਾਲ ਫਿਰ ਤੁਹਾਨੂੰ ਉਹ ਲੈਟਰ ਆਫ ਐਡਮਿਟੈਂਸ ਇਸ਼ੂ ਕਰਦੇ ਨੇ ਕਿ ਆ ਤੇਰੀ ਦਾਖਲੇ ਦੀ ਚਿੱਠੀ ਹੈ। ਉਹ ਦਾਖਲੇ ਦੀ ਚਿੱਠੀ ਲੈ ਕੇ ਤੁਸੀਂ ਆਪਣੀ ਵੀਜ਼ਾ ਲਈ ਐਪਲੀਕੇਸ਼ਨ, ਸਟੱਡੀ ਵੀਜ਼ਾ ਲਈ ਐਪਲੀਕੇਸ਼ਨ ਫਾਈਲ ਕਰਦੇ ਹੋ। ਉਹ ਐਪਲੀਕੇਸ਼ਨ ਹੋਣ ਤੋਂ ਬਾਅਦ ਇਹ ਦੇਖਣ ਲਈ ਕਿ ਫੀਸ ਜਮ੍ਹਾਂ ਹੋ ਚੁੱਕੀ ਹੈ, ਲੈਟਰ ਆਫ ਐਡਮਿਸ਼ਨ ਸਹੀ ਹੈਗਾ, ਤੁਹਾਨੂੰ ਜਿਹੜਾ ਵੀਜ਼ਾ ਇਸ਼ੂ ਕੀਤਾ ਜਾਂਦਾ। ਉਹ ਤੋਂ ਬਾਅਦ ਉਹੀ ਲੈਟਰ ਆਫ ਐਡਮਿਟੈਂਸ, ਲੈਟਰ ਆਫ ਇੰਟਰੋਡਕਸ਼ਨ 'ਤੇ ਤੁਸੀਂ ਆਪਣੀ ਵੀਜ਼ਾ ਲੈ ਕੇ ਕੈਨੇਡਾ ਪਹੁੰਚਦੇ ਹੋ। ਇੱਥੇ ਆ ਕੇ ਜਿਹੜਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਅਫਸਰ ਹੈ ਇਹ ਸਾਰੇ ਕਾਗਜ਼ ਦੇਖਣ ਤੋਂ ਬਾਅਦ ਤੁਹਾਨੂੰ ਜਿਹੜਾ ਸਟੱਡੀ ਪਰਮਿਟ ਹੈ ਉਹ ਇਸ਼ੂ ਕਰ ਦਿੰਦਾ ਜੀ। ਹੁਣ ਹੋਇਆ ਕੀ ਕਿ ਇਹ ਸਿਚੁਏਸ਼ਨ 'ਚ ਜਿਹੜੇ ਰਿਵੋਕ ਕੀਤੇ ਗਏ ਨੇ ਲੈਟਰ ਆਫ ਐਡਮਿਸ਼ਨ ਸਟੂਡੈਂਟਸ ਦੇ, ਇਹ ਨਾਰਦਰਨ ਕਾਲਜ ਹੈਗਾ ਟਿਮਿੰਸ ਦੇ ਵਿੱਚੋਂ। ਉਹਦਾ ਇੱਕ ਕੈਂਪਸ ਇੱਥੇ ਟੋਰਾਂਟੋ ਦੇ ਵਿੱਚ ਹੈਗਾ ਜਿਹਨੂੰ ਪਿਊਰਿਸ ਕਾਲਜ ਕਿਹਾ ਜਾਂਦਾ ਹੈ। ਉੱਥੇ ਇਹ ਹੈਗਾ ਕਿ ਜਿਹੜਾ ਡਿਗਰੀ ਡਿਪਲੋਮਾ ਉਹ ਨਾਰਦਰਨ ਕਾਲਜ ਨੇ ਟਿਮਿੰਸ ਤੋਂ ਦੇਣਾ, ਅਤੇ ਜਿਹੜੀ ਪੜ੍ਹਾਈ ਕਰਾਉਣੀ ਹੈ ਉਹ ਪ੍ਰਾਈਵੇਟ ਕਾਲਜ ਜਿਹੜਾ ਪਿਊਰਿਸ ਹੈਗਾ ਉਹ ਕਰਾ ਰਿਹਾ ਹੈਗਾ ਨਾ। ਇਸੇ ਸਿਸਟਮ ਨੇ ਬਹੁਤ ਸਾਰਾ ਭੰਬਲ ਭੂਸਾ ਪਾਇਆ ਹੋਇਆ। ਬਿਲਕੁਲ ਜੀ। ਸੋ ਹੁਣ ਉੱਥੇ ਅਥਾਹ ਨੰਬਰ ਹੈ ਜਿਹੜਾ ਉਹ ਲੈਟਰ ਆਫ ਐਡਮਿਸ਼ਨ ਇਸ਼ੂ ਕਰਤੀਆਂ। ਇਸ਼ੂ ਕਰਨ ਤੋਂ ਬਾਅਦ ਲੋਕਾਂ ਦੇ ਵੀਜ਼ੇ ਲੱਗ ਗਏ। ਉਹ ਤੋਂ ਬਾਅਦ ਦੇਖਿਆ ਕਿ ਪਿਊਰਿਸ ਜਿਹੜਾ ਕੈਂਪਸ ਹੈਗਾ ਉਹਦੇ ਵਿੱਚ ਤਾਂ ਇੰਨੀ ਜਗ੍ਹਾ ਹੀ ਨਹੀਂ, ਸਟੂਡੈਂਟਸ ਨੂੰ ਬਿਠਾਉਣਾ ਕਿੱਥੋਂ ਹੈ। ਤਾਂ ਉਹ ਤੋਂ ਬਾਅਦ ਉਹਨਾਂ ਨੇ ਸਭ ਦੇ ਲੈਟਰ ਨੇ ਜਿਹੜੇ ਉਹ ਰਿਵੋਕ ਕਰਨੇ ਸ਼ੁਰੂ ਕਰਤੇ ਕਿ ਸਾਡੇ ਕੋਲ ਜਗ੍ਹਾ ਨਹੀਂ ਹੈਗੀ, ਇਸ ਲਈ ਅਸੀਂ ਤੁਹਾਡਾ ਲੈਟਰ ਹੈ ਜਿਹੜਾ ਰਿਵੋਕ ਕਰਦੇ ਹਾਂ। ਇਹ ਜਗ੍ਹਾ ਵਾਲੀ ਗੱਲ ਤਾਂ ਬਾਅਦ 'ਚ ਆਖੀ ਗਈ। ਪਹਿਲਾਂ ਜਿਹੜੀ ਚਿੱਠੀ ਸਟੂਡੈਂਟਸ ਨੂੰ ਆਈ ਹੈ ਉਹਦੇ 'ਚ ਇਹ ਆਖਿਆ ਗਿਆ ਕਿ ਸਟੂਡੈਂਟ ਐਕਸਪੀਰੀਅੰਸ ਨੂੰ ਬੈਟਰ ਬਣਾਉਣ ਲਈ ਅਸੀਂ ਤੁਹਾਡੀ ਲੈਟਰ ਰਿਵੋਕ ਕਰ ਰਹੇ ਹਾਂ, ਇਹ ਆਖਿਆ ਗਿਆ। ਇਹ ਨਹੀਂ ਆਖਿਆ ਗਿਆ ਕਿ ਅਸੀਂ ਦਾਖਲੇ ਜ਼ਿਆਦਾ ਲੋਕਾਂ ਨੂੰ ਦੇਤੇ, ਜਗ੍ਹਾ ਸਾਡੇ ਕੋਲ ਹੈ ਨਹੀਂ, ਅਸੀਂ ਇਸ ਲਈ ਇਹ ਰਿਵੋਕ ਕਰ ਰਹੇ ਹੈਗੇ ਹਾਂ। ਹੁਣ ਇਹਦੇ 'ਚ ਕੀ ਸਿਚੁਏਸ਼ਨ ਹੋਈ, ਤੁਹਾਨੂੰ ਵੀਜ਼ਾ ਮਿਲ ਗਿਆ। ਵੀਜ਼ਾ ਮਿਲਣ ਤੋਂ ਬਾਅਦ ਤੁਸੀਂ ਆਪਣੀ ਏਅਰਲਾਈਨ ਟਿਕਟ ਬੁੱਕ ਕਰਾਤੀ, ਇੱਥੇ ਜਿੱਥੇ ਕਿਤੇ ਬੇਸਮੈਂਟ 'ਚ ਰਹਿਣਾ ਉਹਦਾ ਤੁਸੀਂ ਕਿਰਾਇਆ ਦੇਤਾ। ਉਹ ਤੋਂ ਬਾਅਦ ਤੁਸੀਂ ਆਪਣੀ ਆਉਣ ਦੀ ਤਿਆਰੀ ਕਰ ਰਹੇ ਹੋ ਅਤੇ ਤੁਹਾਨੂੰ ਇੱਕ ਦਿਨ ਚਿੱਠੀ ਆਉਂਦੀ ਹੈ ਕਿ ਤੇਰੀ ਐਡਮਿਸ਼ਨ ਹੈ ਜਿਹੜੀ ਉਹ ਰਿਵੋਕ ਕਰ ਲਈ ਗਈ ਹੈ। ਹੁਣ ਜਦੋਂ ਰਿਵੋਕ ਕਰ ਲਈ ਹੈ ਤਾਂ ਜਿਹੜਾ ਲੈਟਰ ਆਫ ਐਡਮਿਸ਼ਨ ਹੈਗਾ ਉਹ ਇਨਵੈਲਿਡ ਹੋ ਗਿਆ ਜੀ, ਉਹਦਾ ਕੋਈ ਮਤਲਬ ਨਹੀਂ ਰਹਿ ਗਿਆ। ਹੁਣ ਚਾਹੇ ਤੁਹਾਡੇ ਕੋਲ ਵੀਜ਼ਾ ਵੀ ਹੈਗਾ, ਜੇ ਉਹ ਲੈਟਰ ਆਫ ਐਡਮਿਸ਼ਨ ਲੈ ਕੇ ਤੁਸੀਂ ਇੱਥੇ ਪਹੁੰਚਦੇ ਹੋ ਅਤੇ ਤੁਹਾਨੂੰ ਪਰਮਿਟ ਮਿਲ ਜਾਂਦਾ, ਉਹ ਤੋਂ ਬਾਅਦ ਇਮੀਗ੍ਰੇਸ਼ਨ ਨੇ ਆਖਣਾ ਹੈ ਕਿ ਤੂੰ ਇੱਕ ਝੂਠਾ ਫਰੋਜੂਲੈਂਟ ਚਿੱਠੀ ਦੇ ਕੇ ਇੱਥੇ ਪਹੁੰਚਿਆ ਹੈ, ਕਿਉਂਕਿ ਉਹ ਚਿੱਠੀ ਤੈਨੂੰ ਪਤਾ ਸੀ ਕਿ ਉਹ ਰਿਵੋਕ ਹੋ ਚੁੱਕੀ ਹੈ, ਇਸ ਲਈ ਉਹਦਾ ਕੋਈ ਮਤਲਬ ਨਹੀਂ ਰਹਿ ਗਿਆ ਸੀਗਾ। ਉਸ ਤੋਂ ਬਾਅਦ ਜਦੋਂ ਇਹ ਮਾਮਲਾ ਨੇ ਥੋੜ੍ਹੀ ਜਿਹੀ ਮੀਡੀਆ ਦੇ ਵਿੱਚ ਗੱਲ ਫੜੀ ਤਾਂ ਜਿਹੜਾ ਪ੍ਰੈਜ਼ੀਡੈਂਟ ਹੈ ਨਾਰਦਰਨ ਕਾਲਜ ਦਾ, ਉਹਨੇ ਆ ਕੇ ਦੱਸਿਆ ਕਿ ਸਾਨੂੰ ਨਹੀਂ ਪਤਾ ਸੀ ਕਿ ਇੰਨੇ ਲੋਕਾਂ ਨੂੰ ਵੀਜ਼ੇ ਇਸ਼ੂ ਹੋ ਜਾਣਗੇ, ਅਸੀਂ ਲੈਟਰ ਆਫ ਐਡਮਿਸ਼ਨ ਜ਼ਿਆਦਾ ਇਸ਼ੂ ਕਰਤੀਆਂ, ਇਸ ਲਈ ਸਾਡੇ ਕੋਲ ਹੁਣ ਜਗ੍ਹਾ ਨਹੀਂ, ਇਸ ਲਈ ਅਸੀਂ ਇਹ ਪੜ੍ਹਾਈ ਨਹੀਂ ਕਰਾ ਰਹੇ, ਸੋ ਅਸੀਂ ਉਹ ਸਭ ਦੀ ਫੀਸ ਹੈ ਜਿਹੜੀ ਉਹ ਵਾਪਸ ਕਰ ਰਹੇ ਹਾਂ। ਇਹਨਾਂ ਕੋਲ ਨੰਬਰਿੰਗ ਗੇਮ ਨਹੀਂ ਵੀ ਇੰਨੇ ਸਟੂਡੈਂਟ ਰਜਿਸਟਰ ਹੋ ਕੇ ਆਪਾਂ ਬੰਦ ਕਰ ਦਈਏ। ਬਿਲਕੁਲ ਇੱਦਾਂ ਹੀ ਹੋਣਾ ਚਾਹੀਦਾ ਹੈ। ਹੋਇਆ ਕੀ ਕਿ ਜਿੱਥੇ ਪਿਛਲੇ ਸਮੇਂ 'ਚ ਇਹਨੂੰ ਕੋਈ ਓਵਰਸਾਈਟ ਹੀ ਨਹੀਂ ਕੀਤਾ ਗਿਆ। ਓਨਟਾਰੀਓ ਦੇ ਆਡੀਟਰ ਜਨਰਲ ਨੇ ਆਪਣੀ ਰਿਪੋਰਟ ਦੇ ਵਿੱਚੋਂ 2021 'ਚ ਵੀ ਆਖਿਆ ਕਿ ਇਹ ਜਿਹੜੇ 13 ਇਹੋ ਜਿਹੇ ਕੈਂਪਸ ਨੇ ਜਿਹੜੇ ਕਿ ਜਿਨ੍ਹਾਂ ਦੇ ਸਕੂਲ ਕੋਈ ਸਡਬਰੀ 'ਚ ਹੈ, ਕੋਈ ਟਿਮਿੰਸ 'ਚ ਹੈ, ਕੋਈ ਨਾਰਥ ਵੇ 'ਚ ਹੈ, ਉਹਨਾਂ ਦਾ ਇੱਥੇ ਪ੍ਰਾਈਵੇਟ ਕਾਲਜ ਪੜ੍ਹਾ ਰਿਹਾ, ਇਹਨੂੰ ਸਭ ਨੂੰ ਬੰਦ ਕਰਨ ਦੀ ਜ਼ਰੂਰਤ ਹੈ ਕਿਉਂਕਿ ਇੱਥੇ ਕੋਈ ਓਵਰਸਾਈਟ ਨਹੀਂ ਹੈਗੀ। ਇਹੀ ਕਾਰਨ ਹੈਗਾ ਕਿ ਜਿੱਥੇ ਆਪਾਂ ਨੂੰ ਜਿਹੜੇ ਸਟੂਡੈਂਟ ਉਹ ਬਰੈਂਪਟਨ, ਮਿਸਿਸਾਗਾ, ਸਕਾਰਬਰੋ 'ਚ ਦਿਖਦੇ ਨੇ, ਕਿਉਂਕਿ ਇਹ ਸਾਰੇ ਕਾਲਜਸ ਦੇ ਸਟੂਡੈਂਟਸ ਉਰੇ ਨੇ। ਜੇ ਇਹ ਕਾਲਜਸ 'ਚ ਆਪਣੇ ਕੈਂਪਸ 'ਚ ਪੜ੍ਹਾਉਣ ਤਾਂ ਇੱਥੇ ਬਿਲਕੁਲ ਭੀੜ ਨਾ ਹੋਵੇ। ਫਿਰ ਜਿਵੇਂ ਜਿਹਨੇ ਟਿਮਿੰਸ ਪੜ੍ਹਨ ਜਾਣਾ ਉਹ ਟਿਮਿੰਸ ਪੜ੍ਹਨ ਜਾਊਗਾ ਨਾ 750 ਕਿਲੋਮੀਟਰ। ਫਿਰ ਹੁਣ ਇਹਦੇ ਵਿੱਚ ਜਿੱਦਾਂ ਸਿਟੀ ਆਫ ਟੋਰਾਂਟੋ ਦੀ ਰਿਪੋਰਟ ਹੋਈ, ਸਾਡੇ ਰੈਫਿਊਜੀਜ਼ ਇੱਥੇ ਆਈ ਜਾਂਦੇ ਵੀ ਆਪਾਂ ਤਾਂ ਹੈਂਡਲ ਨਹੀਂ ਕਰ ਸਕਦੇ। ਜਿਹੜੀ ਲੋਕਲ ਗੌਰਮੈਂਟ ਆ ਜਾਂ ਸਿਟੀ ਦੇ ਮੇਅਰ ਆ ਜਾਂ ਆਪਣੇ MPP ਵਾਲੇ ਹਨ, ਉਹ ਕਹਿ ਨਹੀਂ ਸਕਦੇ ਵੀ ਜੋ ਕੁਛ ਹੋ ਰਿਹਾ ਇਹ ਧੱਕਾ ਹੋ ਰਿਹਾ ਅਤੇ ਗਲਤ ਹੋ ਰਿਹਾ, ਇਹ ਸਾਰੇ ਪਾਸੇ ਬੈਲੈਂਸ ਨਹੀਂ ਹੋ ਰਿਹਾ ਵੀ ਜਿੱਥੇ ਸਟੂਡੈਂਟ ਰਜਿਸਟਰ ਕਰਦੇ ਆ ਉੱਥੇ ਹੀ ਜਾਣ।
ਇਹ ਆਡੀਟਰ ਜਨਰਲ ਨੇ ਵੀ ਆਖਿਆ ਜੇ ਆਪਾਂ ਇਹ ਪ੍ਰੋਬਲਮ ਦੀ ਜੜ ਤੇ ਜਾਈਏ ਜੀ, ਇਹ ਪ੍ਰੋਬਲਮ ਦੀ ਜੜ ਹੁੰਦੀ ਹੈ 14-15 ਤੋਂ ਸ਼ੁਰੂ, ਜਿੱਥੇ ਕਿ ਇਹ ਸਾਰੇ ਪਬਲਿਕ ਫੰਡਡ ਕਾਲਜਸ ਨੇ ਸਮਝੌਤੇ ਕੀਤੇ ਪ੍ਰਾਈਵੇਟ ਕਾਲਜਸ ਨਾਲ। ਉਹ ਸਮਝੌਤੇ ਕਰਨ ਤੋਂ ਬਾਅਦ ਇੱਥੇ ਕੈਂਪਸ ਖੋਲ੍ਹ ਕੇ ਪੜ੍ਹਾਈ ਪ੍ਰਾਈਵੇਟ ਕਾਲਜ ਕਰਾ ਰਿਹਾ 2 ਕਮਰਿਆਂ ਦੇ ਵਿੱਚੋਂ, ਤੇ ਜਿਹੜੀ ਡਿਗਰੀ ਡਿਪਲੋਮਾ ਮਿਲ ਰਿਹਾ ਉਹ ਪਬਲਿਕ ਫੰਡਡ ਕਾਲਜ ਦਾ ਮਿਲਦਾ ਹੈ, ਕਿਉਂਕਿ ਵਰਕ ਪਰਮਿਟ ਉਹ 'ਤੇ ਮਿਲਣਾ ਹੈ। ਜੇ ਪ੍ਰਾਈਵੇਟ ਕਾਲਜ 'ਚ ਪੜ੍ਹਦੇ ਹੋ ਵਰਕ ਪਰਮਿਟ ਨਹੀਂ ਮਿਲੂਗਾ। ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਇਹਦੇ ਨਾਲ ਇੱਥੇ ਬਹੁਤ ਜ਼ਿਆਦਾ ਭੀੜ ਹੋਣੀ GTA 'ਚ ਸ਼ੁਰੂ ਹੋ ਗਈ ਹੈ। ਸਾਲ 2018 'ਚੋਂ ਉਦੋਂ ਮਿਟਸੀ ਹੰਟਰ ਹੁੰਦੀ ਸੀਗੀ ਯੂਨੀਵਰਸਿਟੀ ਕਾਲਜਸ ਦੀ ਮਿਨਿਸਟਰ, ਉਹਨੇ ਮੋਰਾਟੋਰੀਅਮ ਲਾਤਾ। ਉਹਨੇ ਕਿਹਾ ਸਭ ਸਮਝੌਤੇ ਰੱਦ, ਇਹ ਜਿਹੜੀ ਐਡਮਿਸ਼ਨ ਹੈਗੀ ਹੈ ਇਹ 2019 ਤੱਕ ਕਰਨ ਦੀ ਇਜਾਜ਼ਤ ਹੈ। ਜਦੋਂ ਆ ਪੜ੍ਹਾਈ ਖਤਮ ਹੋ ਗਈ ਇਹ ਕੈਂਪਸ ਇੱਥੇ ਨਹੀਂ ਹੋਣਗੇ, ਇਹ ਵਾਪਸ ਉੱਥੇ ਜਿੱਥੇ ਪੜ੍ਹਾਏ ਜਾਂਦੇ ਨੇ ਉੱਥੇ ਪੜ੍ਹਾਏ ਜਾਣ। ਉਹਨੇ ਸੁਧਾਰ ਕੀਤਾ। ਉਹ ਤੋਂ ਬਾਅਦ ਡਗ ਫੋਰਡ ਦੀ ਸਰਕਾਰ ਆ ਜਾਂਦੀ ਹੈ ਅਤੇ ਉਸ ਤੋਂ ਬਾਅਦ ਰੌਸ ਰਮਾਨੋ ਹੈ ਜਿਹੜਾ ਉਹ ਮਿਨਿਸਟਰ ਬਣਦਾ ਜਿਹੜੇ ਸਕੂਲਸ ਯੂਨੀਵਰਸਿਟੀ ਐਂਡ ਕਾਲਜਸ ਦਾ। ਉਹ ਆ ਕੇ ਉਹ ਮੋਰਾਟੋਰੀਅਮ ਨੂੰ ਖਤਮ ਕਰ ਦਿੰਦਾ। ਉਹ ਕਹਿੰਦਾ ਕਰੋ ਐਡਮਿਸ਼ਨ ਜਿੰਨੀ ਮਰਜ਼ੀ ਕਰੋ। ਉਹ ਨਾਲ ਤਾਰੀਫ ਕਰਦਾ ਹੈ ਕਿ ਬਹੁਤ ਐਂਟਰਪ੍ਰੇਨੋਰੀਅਲ ਹੈਗੇ ਨੇ, ਇਹ ਵਪਾਰ 'ਚ ਬਹੁਤ ਵਧੀਆ ਇਹਨਾਂ ਨੇ ਵਾਧਾ ਕੀਤਾ ਜਿਹੜਾ ਉਰੇ ਪ੍ਰਾਈਵੇਟ ਕਾਲਜ 'ਚ ਪੜ੍ਹਾ ਕੇ ਇੱਥੇ ਪੜ੍ਹਾ ਰਹੇ ਨੇ, ਅਤੇ ਡਿਗਰੀ ਇਹਨਾਂ ਨੂੰ ਪਬਲਿਕ ਫੰਡਡ ਕਾਲਜ ਦੀ ਮਿਲ ਰਹੀ ਹੈ। ਹੁਣ ਕਦੇ ਇਹ ਦੇਖਿਆ ਵੀ ਇੱਕ ਖੂੰਜੇ ਵਿੱਚ ਜਾ ਕੇ ਪੜ੍ਹਾਉਣ ਲੱਗੇ 2 ਡੈਸਕ ਲੱਗੇ, ਬਾਕੀ ਕਹਿੰਦੇ ਔਨਲਾਈਨ ਪੜ੍ਹੀ ਜਾਵੋ। ਇਹ ਵੀ ਨਹੀਂ ਪਤਾ ਕਿਹਦਾ ਟੈਸਟ ਕੌਣ ਦੇ ਰਿਹਾ। ਇੱਥੇ ਬਹੁਤ ਕੁਝ ਚੱਲ ਰਿਹਾ। ਬਹੁਤ ਸਾਰੇ ਜਿਹੜੇ ਸਟੂਡੈਂਟਸ ਹਨ ਉਹ ਖੁਦ ਆਪਣੀ ਟੈਸਟ ਦੇ ਰਹੇ, ਕੋਈ ਹੋਰ ਟੈਸਟ ਦੇ ਰਿਹਾ, ਇਹਨੇ ਕੁਝ ਵੀ ਨਹੀਂ ਚੈੱਕ ਕੀਤਾ। ਬਿਲਕੁਲ ਜੀ। ਅਤੇ ਆਡੀਟਰ ਜਨਰਲ ਨੇ ਵੀ ਜਦੋਂ ਉਹਨੇ 2019 'ਚ ਕਰਿਆ 21 'ਚ ਰਿਪੋਰਟ ਦਿੱਤੀ ਕਿ ਇਹ ਬਹੁਤ ਗਲਤ ਹੈ, ਅਤੇ ਉਹ ਰਿਪੋਰਟ ਦੇ ਉੱਤੇ ਕੋਈ ਕੰਮ ਨਹੀਂ ਕਰਿਆ। ਇਹ ਪਲੇਨਲੀ ਪ੍ਰੋਵਿੰਸ਼ੀਅਲ ਮਹਿਕਮਾ ਹੈਗਾ ਜਿਹੜਾ ਸਕੂਲਸ ਐਂਡ ਯੂਨੀਵਰਸਿਟੀਜ਼ ਕਾਲਜਸ ਐਂਡ ਯੂਨੀਵਰਸਿਟੀਜ਼ ਹੈ। ਕਰੰਟਲੀ ਇਹਦੀ ਜਿਹੜੀ ਮਿਨਿਸਟਰ ਉਹ ਜਿਲ ਡਨਲਪ ਹੈਗੇ ਹੈ। ਸੋ ਮਿਨਿਸਟਰ ਨੂੰ ਇਹ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਪ੍ਰਾਈਵੇਟ ਕੈਂਪਸਿਸ ਨੇ ਇਹਨੂੰ ਬੰਦ ਕਰੇ। ਜਿਹੜੇ ਸਕੂਲ 'ਚ ਜਿੱਥੇ ਐਡਮਿਸ਼ਨ ਹੈ ਉੱਥੇ ਪੜ੍ਹਨ ਜਾਵੇ। ਸਡਬਰੀ ਨੂੰ ਲੋਕਾਂ ਦੀ ਲੋੜ ਨਹੀਂ ਹੈਗੀ ਜੀ, ਟਿਮਨਸ ਨੂੰ ਲੋਕਾਂ ਦੀ ਲੋੜ ਨਹੀਂ ਹੈਗੀ, ਕਿ ਨਾਰਥਵੇ ਨੂੰ ਲੋਕਾਂ ਦੀ ਲੋੜ ਨਹੀਂ, ਸੂਸੇਮਰੀ ਨੂੰ ਲੋਕਾਂ ਦੀ ਲੋੜ ਨਹੀਂ ਹੈਗੀ, ਉੱਥੇ ਜਾ ਕੇ ਪੜ੍ਹੋ। ਉਹ ਬਰੈਂਪਟਨ 'ਚ ਕਿਉਂ ਪੜ੍ਹੇ? ਸੋ ਇਹੀ ਤਾਂ ਮੁਸ਼ਕਿਲ ਆਈ ਪਈ ਹੈ ਵੀ ਜਿਹੜੇ ਜਿੱਦਾਂ ਇਹਨਾਂ ਨੇ ਇਮੀਗ੍ਰੇਸ਼ਨ ਸਪਰੈਡ ਕਰਨੀ ਸੀਗੀ, ਹਰ ਇੱਕ ਜਗ੍ਹਾ ਭੇਜਣੀ ਸੀ, ਉੱਥੇ ਜਾ ਨਹੀਂ ਰਹੇ, ਸਾਰੇ ਇੱਥੇ ਰਸ਼ ਪੈ ਰਿਹਾ। ਬਿਕੋਜ਼ ਇਹ ਗਲਤੀ ਪ੍ਰੋਵਿੰਸ਼ੀਅਲ ਸਰਕਾਰ ਦੀ ਹੈ, ਇਹ 'ਚ ਫੈਡਰਲ ਗਵਰਨਮੈਂਟ ਦਾ ਕੋਈ ਵੀ ਰੋਲ ਨਹੀਂ ਹੈਗਾ। ਸੋ ਇੱਥੇ ਮੈਂ ਫੇਰ ਕਹਿਣਾ ਚਾਹੁੰਦਾ, ਵਾਈ ਸ਼ੁੱਡ ਵੀ ਫਾਈਟ ਫੋਰ ਇਟ। ਜਦੋਂ ਸਾਡੇ ਮੇਅਰ ਆ, ਇਹਨਾਂ ਨੂੰ ਪਤਾ ਵਾ ਇੰਨਾ ਧੱਕਾ ਹੋ ਰਿਹਾ, ਇੰਨਾ ਐਕਸਪੈਂਸ ਪੈ ਰਿਹਾ ਸਿਟੀ 'ਤੇ, ਮੇਅਰ ਕੱਲ੍ਹ ਨਹੀਂ ਕੁਛ ਕਰਦੇ, ਰੀਜਨਲ ਕਾਉਂਸਲਰ ਕੱਲ੍ਹ ਨਹੀਂ ਕੁਛ, ਸਿਟੀ ਦੇ ਜਿਹੜੇ ਕਾਉਂਸਲਰ ਉਹ ਕੱਲ੍ਹ ਨਹੀਂ ਕੁਛ ਕਰਦੇ। ਉਹਨਾਂ ਨੂੰ ਇਹ ਪ੍ਰੋਬਲਮ ਦਾ ਪਤਾ ਹੀ ਨਹੀਂ। ਜੇ ਤੁਸੀਂ ਗੱਲ ਕਰੋਗੇ ਤੁਸੀਂ ਕਹੋਗੇ ਉਹਨੂੰ ਇਹ ਪ੍ਰੋਬਲਮ ਦਾ ਪਤਾ ਹੀ ਨਹੀਂ। ਇਹ ਪ੍ਰੋਬਲਮ ਪ੍ਰੋਵਿੰਸ਼ੀਅਲ ਪ੍ਰੋਬਲਮ ਹੈ। ਸੋ ਜਿਹੜੇ ਆਪਣੇ 5 MPP ਇੱਥੇ ਬਰੈਂਪਟਨ 'ਚ ਹੈਗੇ ਨੇ ਜਿਹੜੇ ਸਾਰੇ ਹੀ ਕੰਜ਼ਰਵੇਟਿਵ ਨੇ, ਇਹ ਉਹਨਾਂ ਨੂੰ ਹੱਲ ਕਰਨ ਦੀ ਜ਼ਰੂਰਤ ਹੈ। ਇਹ ਉਹਨਾਂ ਦਾ ਨੇਬਰਹੁੱਡ ਹੈ, ਇੱਥੋਂ ਜਿੱਤੇ ਨੇ, ਇੱਥੇ ਲੋਕ ਵਸਦੇ ਨੇ, ਇੱਥੇ ਪ੍ਰੋਬਲਮ ਹੈ। ਸੋ ਉਹਨਾਂ ਨੂੰ ਹੱਲ ਕਰਨ ਦੀ ਜ਼ਰੂਰਤ ਹੈ। ਹੁਣ ਸਭ ਤੋਂ ਪਹਿਲਾਂ ਤਾਂ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਆਪਣੇ ਮਿਨਿਸਟਰ ਨਾਲ, ਤਾਂ ਕਿ ਉਹ ਇਨਵੈਸਟੀਗੇਸ਼ਨ ਕਰ ਸਕੇ ਮਾਮਲੇ 'ਚੋਂ। ਸੁਪਰਿਟੈਂਡੈਂਟ ਹੈ ਜਿਹੜਾ ਕਾਲਜਸ ਦਾ, ਉਹਨੂੰ ਜਿਹੜੀ ਸ਼ਿਕਾਇਤ ਹੋਣੀ ਚਾਹੀਦੀ ਹੈ ਤਾਂ ਕਿ ਉਹ ਇਨਵੈਸਟੀਗੇਸ਼ਨ ਕਰ ਸਕੇ ਕਿ ਬਿਨਾਂ ਜੇ ਪੋਜੀਸ਼ਨ ਨਹੀਂ ਸੀ ਤਾਂ ਇੰਨੇ ਲੋਕਾਂ ਨੂੰ ਐਡਮਿਸ਼ਨ ਦਾਖਲ ਜਾਰੀ ਕਿਉਂ ਕੀਤੀ। ਇੰਨੇ ਲੋਕਾਂ ਦੇ ਹੁਣ ਤੁਸੀਂ ਕਿਹੜੇ ਬੇਸਿਸ 'ਤੇ ਰਿਵੋਕ ਕਰ ਰਹੇ ਹੋ? ਇੱਕ ਅੱਧਾ ਹੋਇਆ ਤਾਂ ਵੀ ਮੰਨ ਲਓ, 504 ਤਾਂ ਬਹੁਤ ਵੱਡਾ ਨੰਬਰ ਹੈਗਾ ਬਲਜਿੰਦਰ। ਸੋ ਬੱਚੇ ਜਿਹੜੇ ਲੈਂਡ ਹੋ ਰਹੇ ਆ, ਚਾਹੇ ਲੈਟਰ ਪੜ੍ਹਿਆ ਨਹੀਂ ਅੰਡਰਸਟੈਂਡ ਕੀਤਾ, ਕਿ ਉਹਨੂੰ ਦੁਬਾਰਾ ਵਾਪਸ ਭੇਜ ਰਹੇ ਹੁਣ ਏਅਰਪੋਰਟ ਤੋਂ। ਸਭ ਤੋਂ ਪਹਿਲਾਂ ਤਾਂ ਜੇ ਤੁਹਾਨੂੰ ਇਹੋ ਜਿਹੀ ਕੋਈ ਚਿੱਠੀ ਆਈ ਆ, ਤੁਹਾਨੂੰ ਟਰੈਵਲ ਨਹੀਂ ਕਰਨਾ ਚਾਹੀਦਾ। ਤੁਸੀਂ ਮਿਸ ਰੈਪਰੈਜ਼ੈਂਟੇਸ਼ਨ ਕਰ ਰਹੇ ਹੋ, ਉਹਦਾ ਕੋਈ ਵੀ ਹੱਲ ਨਹੀਂ। ਜਿਵੇਂ ਉਹ 750 ਸਟੂਡੈਂਟਸ ਦੀ ਗੱਲ ਆਈ ਹੈ ਕਿ ਉਹਨਾਂ ਨੇ ਝੂਠੀ ਚਿੱਠੀ ਦਿੱਤੀ ਹੈ, ਉਵੇਂ ਜਿਵੇਂ ਤੁਸੀਂ ਵੀ ਝੂਠੀ ਚਿੱਠੀ ਦੇ ਰਹੇ ਹੋ, ਕਿਉਂਕਿ ਤੁਹਾਨੂੰ ਆਲਰੇਡੀ ਪਤਾ ਹੈ ਕਿ ਇਹ ਰਿਵੋਕ ਹੋ ਚੁੱਕੀ ਹੈ। ਸੋ ਉਹਨੂੰ ਨਹੀਂ ਟਰੈਵਲ ਕਰਨਾ ਚਾਹੀਦਾ। ਉਹਨਾਂ ਨੂੰ ਨਵੇਂ ਥਾਂ ਐਡਮਿਸ਼ਨ ਲੈਣੀ ਚਾਹੀਦੀ ਹੈ, ਨਵੀਂ ਸਟੱਡੀ ਪਰਮਿਟ ਐਪਲੀਕੇਸ਼ਨ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਉਹ ਆਪਣੇ ਇੱਥੇ ਆ ਸਕਦੇ ਨੇ। ਦੂਜਾ, ਜੇ ਕੋਈ ਆਲਰੇਡੀ ਇੱਥੇ ਪਹੁੰਚ ਚੁੱਕਿਆ ਪਰ ਉਹ ਚਿੱਠੀ ਮਿਲਣ ਤੋਂ ਪਹਿਲਾਂ ਪਹੁੰਚ ਚੁੱਕਿਆ, ਉਹਦਾ ਕੋਈ ਕਸੂਰ ਨਹੀਂ ਹੈਗਾ। ਉਹਦੇ ਕੋਲ 150 ਦਿਨ ਨੇ ਨਵੇਂ ਸਕੂਲ ਕਾਲਜ 'ਚ ਜਾ ਕੇ ਐਡਮਿਸ਼ਨ ਲੈਣ ਲਈ, ਉਹਨੂੰ ਨਹੀਂ ਮੰਨਿਆ ਜਾਊਗਾ। ਦੂਜਾ, ਤੁਹਾਨੂੰ ਚਿੱਠੀ ਮਿਲ ਚੁੱਕੀ ਹੈ ਪਰ ਤੁਸੀਂ ਟਰੈਵਲ ਕਰ ਚੁੱਕੇ ਹੋ ਅਤੇ ਤੁਹਾਨੂੰ ਸਟੱਡੀ ਪਰਮਿਟ ਮਿਲ ਚੁੱਕਿਆ ਅਤੇ ਤੁਹਾਨੂੰ ਇਹਦੀ ਪੂਰੀ ਜਾਣਕਾਰੀ ਹੈ, ਫਿਰ ਤੁਸੀਂ ਕਾਨੂੰਨੀ ਤੌਰ 'ਤੇ ਗਲਤੀ ਕੀਤੀ ਹੈ। ਇਹਦਾ ਹੁਣੇ ਹੀ ਸੁਧਾਰ ਹੈ ਜਿਹੜਾ ਤੁਹਾਨੂੰ ਕਰਨਾ ਚਾਹੀਦਾ, ਨਾ ਕਿ ਜਦੋਂ ਇਮੀਗ੍ਰੇਸ਼ਨ ਦੀ ਚਿੱਠੀ ਆਵੇ ਅਤੇ ਤੁਹਾਨੂੰ ਆਖਿਆ ਜਾਵੇ ਕਿ ਤੂੰ ਫਰੋਜੂਲੈਂਟ ਚਿੱਠੀ ਦੇ ਕੇ ਆਇਆ, ਹੁਣ ਤੈਨੂੰ ਬਾਹਰ ਕੱਢਿਆ ਜਾਵੇ। ਸੋ ਇਹ ਬਹੁਤ ਇੱਕ ਸੰਜੀਦਾ ਮਾਮਲਾ ਹੈਗਾ। ਸੋ ਜੇ ਕੋਈ ਵੀ ਇੰਡੀਵਿਜੂਅਲ ਇਹ ਮਾਮਲੇ 'ਚ ਜਿਹੜੇ ਨਾਰਦਰਨ ਕੈਂਪਸ ਦੇ ਵਿੱਚੋਂ ਤੁਹਾਨੂੰ ਲੈਟਰ ਆਫ ਐਡਮਿਟੈਂਸ ਰਿਵੋਕ ਕੀਤੇ ਗਏ ਨੇ ਉਹ ਫਸਿਆ, ਤਾਂ ਅਸੀਂ ਉਹਦੀ ਮਦਦ ਜ਼ਰੂਰ ਕਰ ਸਕਦੇ ਹਾਂ ਜੀ। ਕੋਈ ਵੀ ਚੇਂਜ ਆ ਜਾਵੇ, ਫਟ ਲਿਖ ਦਿੰਦੇ ਆ, $125 ਫੀਸ ਇਹਦੀ ਲੱਗੀ ਆ, 150 ਇਹਦੀ ਲੱਗੀ ਆ, 500 ਇਹਦੀ ਲੱਗੀ ਆ। ਹੁਣ ਇਹ ਖੱਜਲ ਖੁਆਰ ਹੋਏ ਆ,
ਕਿ ਇਹ ਆਪਣੀ ਜਿਹੜੀ ਪਹਿਲਾਂ ਰੈਂਟ ਡਿਪੋਜ਼ਿਟ ਦਿੱਤਾ ਸਾ ਜੋ ਕੁਝ ਕੀਤਾ ਸਾ ਕਹਿੰਦੇ ਸੂ ਦਾ ਕਾਲਜ। ਐਬਸੋਲੂਟਲੀ ਦੇ ਕੈਨ। ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਜਿਹੜਾ ਜਦੋਂ ਆਪਾਂ ਘਰ ਲੈਣ ਜਾਂਦੇ ਹਾਂ ਇੱਕ ਆਫਰ ਦਿੰਦੇ ਹਾਂ ਨਾ ਆਪਾਂ, ਉਹ ਆਫਰ ਸਾਈਨ ਹੋ ਜਾਂਦੀ ਹੈ, ਉਹ ਤੋਂ ਲੀਗਲੀ ਬਾਈਂਡਿੰਗ ਹੋ ਜਾਂਦੀ ਹੈ ਜਦੋਂ ਆਪਾਂ ਡਿਪੋਜ਼ਿਟ ਦਿੰਦੇ ਹਾਂ। ਉਵੇਂ ਜਿਵੇਂ ਜਦੋਂ ਹੀ ਤੁਸੀਂ ਕਾਲਜ ਨੂੰ ਐਡਮਿਸ਼ਨ ਲਈ ਅਰਜ਼ੀ ਕੀਤੀ, ਉਹਨੇ ਆਫਰ ਦਿੱਤੀ, ਤੁਸੀਂ ਆਫਰ ਮਨਜ਼ੂਰ ਕਰਾ ਕੇ ਫੀ ਜਮ੍ਹਾਂ ਕਰਾਈ, ਲੈਟਰ ਆਫ ਐਡਮਿਟੈਂਸ ਬਣ ਗਿਆ, ਇਹ ਇੱਕ ਲੀਗਲੀ ਬਾਈਂਡਿੰਗ ਕੌਂਟਰੈਕਟ ਹੈ। ਇਹਦੇ 'ਚੋਂ ਇੱਕ ਜਣਾ ਨਹੀਂ ਭੱਜ ਸਕਦਾ। ਸੋ ਕਾਲਜ ਨਹੀਂ ਭੱਜ ਸਕਦਾ ਇਹ ਕਹਿ ਕੇ ਕਿ ਮੇਰੇ ਕੋਲ ਸੀਟ ਨਹੀਂ, ਕਿਉਂਕਿ ਜੱਜ ਨੇ ਕਹਿਣਾ ਫਿਰ ਤੂੰ ਐਡਮਿਸ਼ਨ ਦਿੱਤੀ ਕਿਉਂ ਸੀ, ਫਿਰ ਤੂੰ ਆਫਰ ਐਕਸੈਪਟ ਕਿਉਂ ਕਰੀ ਸੀਗੀ। ਸੋ ਜਿਹੜਾ ਟਰੈਵਲ ਐਕਸਪੈਂਸ ਹੋਇਆ ਜਾਂ ਪਹਿਲਾਂ ਜਮ੍ਹਾਂ ਪੈਸੇ ਕਰ ਦਿੱਤੇ, ਟਿਕਟ ਲਈ ਸੀਗੀ, ਨਹੀਂ ਆ ਸਕਦੇ, ਵਾਪਸ ਜਾਣਾ ਪਿਆ, ਜੋ ਕੁਝ ਹੋਇਆ, ਦੇ ਕੈਨ ਸੂ ਦੈਮ। ਐਬਸੋਲੂਟਲੀ ਯੈਸ ਦੇ ਕੈਨ। ਸੋ ਲਓ ਜੀ, ਤੁਹਾਨੂੰ ਜਾਣਕਾਰੀ ਮਿਲ ਜਾਂਦੀ ਹੈਗੀ ਆ। ਕੋਈ ਵੀ ਜਾਣਕਾਰੀ ਲੈਣੀ ਹੋਵੇ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਸੰਪਰਕ ਕਰ ਲਿਓ। ਆਪਣੇ ਸਵਾਲ ਲਿਖ ਕੇ ਲੈ ਕੇ ਆਇਓ, ਕੀ ਕੁਝ ਹੋਇਆ, ਇੱਕ ਟਰੈਕ ਲਾਈਨ ਲੈ ਆਇਓ, ਤੁਹਾਨੂੰ ਹਰ ਇੱਕ ਸਵਾਲ ਦਾ ਜਵਾਬ ਦੇਣਗੇ। ਤੁਹਾਡੇ ਵਾਸਤੇ ਸੌਖਾ, ਤੁਹਾਡਾ ਟਾਈਮ ਬਚ ਸਕਦਾ, ਤੁਹਾਡਾ ਪੈਸਾ ਬਚ ਸਕਦਾ, ਇੱਧਰੋਂ ਤੁਹਾਨੂੰ ਸਹੀ ਇਨਫੋਰਮੇਸ਼ਨ ਮਿਲ ਸਕਦੀ ਹੈਗੀ ਆ। ਜੇ ਕੋਈ ਬੱਚਾ ਫਸ ਗਿਆ ਜਾਂ ਆ ਗਿਆ, ਪਹੁੰਚ ਗਿਆ, ਪਹੁੰਚਣਾ ਨਹੀਂ ਪਹੁੰਚਣਾ, ਕੋਈ ਜਾਣਕਾਰੀ ਲੈਣੀ ਹੋਵੇ, ਤੁਸੀਂ ਇੰਡੀਆ ਵਿੱਚ ਵੀ ਦੇ ਸਕਦੇ ਜਾਣਕਾਰੀ, ਇੱਥੇ ਵੀ ਦੇ ਸਕਦੇ ਆ, ਵੀਡੀਓ ਕਾਲ ਵੀ ਹੋ ਸਕਦੀ, ਹੋਰ ਕਿੰਨਾ ਸੌਖਾ ਕਰ ਸਕਦੇ ਆ। ਅਸੀਂ ਚਾਹੁੰਦੇ ਆ ਪਹੁੰਚੋ, ਇੱਥੇ ਸਹੀ ਸਲਾਮਤ ਪਹੁੰਚੋ ਅਤੇ ਐਜੂਕੇਸ਼ਨ ਲਵੋ ਅਤੇ ਆਪਣੀ ਨਵੀਂ ਜ਼ਿੰਦਗੀ ਤੋਰੋ। ਕਈ ਵਾਰੀ ਮੁਸ਼ਕਿਲਾਂ ਆ ਜਾਂਦੀਆਂ, ਮੁਸ਼ਕਿਲਾਂ ਦੂਰ ਕਰਨਾ ਹੋਵੇ, ਤੁਹਾਨੂੰ ਕਿੱਥੇ ਅਤੇ ਕਿੱਦਾਂ ਮਿਲ ਸਕਦੇ ਆ। ਬਿਲਕੁਲ ਜੀ, ਸਾਡੇ 3 ਆਫਿਸ ਇੱਥੇ ਕੈਨੇਡਾ 'ਚ ਹੈਗੇ। ਬਰੈਂਪਟਨ 'ਚ ਸਟੀਲਜ਼ ਐਂਡ ਟੌਰਬਨ 'ਤੇ ਹੈ, ਸਰੀ 'ਚ 128 ਸਟਰੀਟ 'ਤੇ 80 ਐਵੇਨਿਊ 'ਚ ਹੈ, ਐਬਸਫੋਰਡ ਦੇ ਵਿੱਚ ਸਾਊਥ ਫਰੇਜ਼ਰ ਵੇ 'ਤੇ ਹੈ, ਅਤੇ ਇਹਦੇ ਨਾਲ ਸਾਡੇ ਇੰਡੀਆ ਵਿੱਚ ਵੀ ਆਫਿਸਿਸ ਨੇ। ਤੁਸੀਂ ਇੱਥੇ ਬਰੈਂਪਟਨ ਆਫਿਸ ਹੈੱਡ ਆਫਿਸ ਕਾਲ ਕਰਕੇ ਬਾਕੀ ਜਾਣਕਾਰੀ ਲੈ ਸਕਦੇ ਹੋ ਜੀ। ਸੋ ਇੰਡੀਆ ਤੋਂ ਬਹੁਤ ਸਾਰੇ ਸਟੂਡੈਂਟ ਆਉਂਦੇ ਹਨ ਕਿ ਪਹਿਲਾਂ ਇਹ ਨਹੀਂ ਹੈਗਾ ਵੀ ਇੱਥੇ ਆਪਾਂ ਜਾ ਰਹੇ ਹਾਂ ਕੁਝ ਕਰ ਰਹੇ ਹਾਂ, ਕੋਈ ਐਸੀ ਛੋਟੀ ਜਿਹੀ ਫੀਸ ਰੱਖ ਦੇਵੋ ਵੀ ਬੱਚੇ ਜਹਾਜ਼ ਚੜ੍ਹਨ ਤੋਂ ਪਹਿਲਾਂ ਵੀ ਤੁਹਾਡੇ ਆਫਿਸ 'ਚ ਆ ਕੇ 2 ਮਿੰਟ ਦਰਸ਼ਨ ਕਰਕੇ ਆ ਜਾਣ। ਕੀ ਸਭ ਕੁਝ ਹੈਗਾ ਠੀਕ ਹੈ? ਇੱਦਾਂ ਵੀ ਕੋਈ ਸਿਸਟਮ ਹੋ ਸਕਦਾ? ਆਲਰੇਡੀ ਹੈਗਾ। ਸੋ ਬਹੁਤ ਸਾਰੇ ਲੋਕ ਇੱਦਾਂ ਕੰਟੈਕਟ ਵੀ ਕਰਦੇ ਨੇ, ਉਹ ਕਹਿੰਦਾ ਆ ਹੈਗਾ ਅਤੇ ਮੇਰੇ ਲਈ ਅੱਗੇ ਕੀ ਆਪਸ਼ਨਸ ਨੇ, ਜਾਂ ਮੈਨੂੰ ਵੀਜ਼ਾ ਮਿਲ ਚੁੱਕਿਆ ਹੈ, ਦੇਖੋ ਇਹ ਸਹੀ ਹੈਗਾ ਕਿ ਨਹੀਂ ਹੈਗਾ। ਬਹੁਤ ਲੋਕ ਇਨਕੁਆਇਰੀ ਕਰਨ ਆਉਂਦੇ ਨੇ। ਹੁਣ ਅੱਗੇ ਨੂੰ ਬਹੁਤ ਸੁਧਾਰ ਹੋਇਆ ਹੈਗਾ, ਪਰ ਫਿਰ ਪ੍ਰੋਬਲਮ ਇਹੀ ਆਉਂਦੀ ਹੈ ਕਿ ਜਿਹੜਾ ਇੰਡੀਆ 'ਚ ਇੱਕ ਸਿਸਟਮ ਜਿਹੜਾ ਸਹੀ ਸਿਸਟਮ ਨਹੀਂ, ਉਹਨੂੰ ਨਾਰਮਲ ਸਮਝ ਲਿਆ ਗਿਆ। ਸਹੀ ਸਿਸਟਮ ਕਿਉਂ ਨਹੀਂ ਹੈਗਾ ਕਿ ਜਿੱਥੇ ਆਥੋਰਾਈਜ਼ ਰੈਪਰੈਜ਼ੈਂਟੇਟਿਵ ਨਹੀਂ ਹੈਗਾ, ਉਹ ਇਲੀਗਲੀ ਕੰਮ ਕਰ ਰਿਹਾ ਹੈ, ਕਲਾਇੰਟ ਦੀ ਈਮੇਲ ਬਣਾ ਕੇ ਇੱਦਾਂ ਕਰ ਰਿਹਾ ਜਿਵੇਂ ਕਲਾਇੰਟ ਆਪਦਾ ਕੇਸ ਆਪ ਅਪਲਾਈ ਕਰ ਰਿਹਾ ਹੈਗਾ। ਸੋ ਉਹਨਾਂ ਤੋਂ ਬਚਣ ਦੀ ਤੁਹਾਨੂੰ ਖੁਦ ਲੋੜ ਹੈ। ਉਹ 'ਚ ਤੁਸੀਂ ਖੁਦ ਕਸੂਰਵਾਰ ਹੋ, ਕੋਈ ਨਹੀਂ ਹੈਗਾ, ਕਿਉਂਕਿ ਤੁਸੀਂ ਉਹ ਐਕਟੀਵਿਟੀ 'ਚ ਹਿੱਸੇਦਾਰ ਹੈਗੇ ਆ। ਸੋ ਕੋਈ ਵੀ ਜਾਣਕਾਰੀ ਲੈਣੀ ਹੋਵੇ, ਗੁਰਪ੍ਰੀਤ ਖਹਿਰਾ ਸਾਹਿਬ ਕਾਫੀ ਵੱਡੀ ਟੀਮ ਹੈ, ਇਹਨਾਂ ਨਾਲ ਸੰਪਰਕ ਕਰ ਸਕਦੇ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ।